ਉਹ ਧਮਕੀਆਂ ਇਸ ਕੋਲੋਂ ਲਾਉਂਦੇ ਸੀ ਕਿ ਤੂੰ ਨਾ ਇਹ ਕੁੜੀ ਨੂੰ ਮਨਾ ਕਿ ਕੁੜੀ ਨਾਲ ਤਲਾਕ ਲੈ ਲਵੇ, ਸਾਡੇ ਤੋਂ ਪੈਸੇ ਲੈ ਲਵੇ। 150 ਰੁਪਈਆ ਹੈਗਾ ਮੇਰੇ ਕੋਲ ਤੇ ਕਹਿੰਦੀ ਆਪੂ ਜੀ ਇਹੋ ਹੀ ਦੇ ਦਿਓ। ਮੈਂ ਦੇਤਾ। ਸਾਡੀ ਬੱਚੀ ਪਛਾਣੀ ਵੀ ਨਹੀਂ ਸੀ ਜਾਂਦੀ, ਸਾਡੀ ਬੱਚੀ ਹੈਗੀ। ਉਹ ਤਾਂ ਲਾਸ਼ ਨਾਲ ਪੱਥਰ ਬੰਨ੍ਹ ਦਿੱਤਾ ਕਿ ਲਾਸ਼ ਉੱਪਰ ਨਾ ਆਵੇ। ਜਾਣ ਲੱਗੇ ਉਹਨੇ ਮੈਨੂੰ ਕਿਹਾ ਬਈ 200 ਰੁਪਈਆ ਕਿਰਾਇਆ ਦੇ ਦਿਓ ਤੇ ਮੈਂ ਜਾਣਾ। ਚਾ ਪਹਿਲਾਂ 4 ਮਾਹ ਦਾ ਉਹਨਾਂ ਨੇ ਸਾਡੇ ਨੂੰ ਧਮਕੀਆਂ ਲਾ ਕੇ ਨਰਸ ਬੁਲਾ ਕੇ ਉਹਨੂੰ ਦਵਾਈ ਖਵਾਤੀ गई। अस्सलाम वालेकुम नाज़रीन, मैं हूं एडी मलिक। तकरीबन एक हफ़्ता पहले एक लड़की को कत्ल करके उसकी लाश नाले में फेंक दी जाती है। वो मकतूला कौन थी और उसका कत्ल कैसे हुआ, मेरे साथ उसके वालिद मौजूद है। उनसे जानते हैं कि आपकी बेटी को किसने कत्ल किया और कैसे किया। अस्सलाम वालेकुम। वालेकुम सलाम। क्या नाम है आपका? अब्दुल मजीद। मजीद साहब, किस तरह तुहाडी बेटी का कत्ल होया ते किन्ने कत्ल किया सी? सारे बेटी मेरी कहीं किराए पर रहती, वहाँ से मिलने आई थी। अच्छा। ਇੱਥੇ ਆਈ, ਰੋਟੀ ਪਾਣੀ ਖਾਧਾ ਸੀ ਤੇ ਕੋਈ 9 ਦਾ ਟਾਈਮ ਹੋਇਆ ਤੇ ਕਹਿੰਦੀ ਅੱਬੂ ਜੀ ਮੈਂ ਜਾਣਾ ਹੈ। अच्छा। ਤੇ ਮੈਂ ਕਿਹਾ ਬੇਟਾ ਕਾਰੋਬਾਰ ਨਹੀਂ ਹੈਗੇ। ਕਹਿੰਦੀ 200 ਰੁਪਇਆ ਦੇ ਦਿਓ ਮੁझे ਕਿਰਾਇਆ ਤੇ ਮੈਂ ਜਾਣਾ ਵਾਪਸ। ਮੈਂ ਕਿਹਾ ਪੁੱਤਰ ਕੰਮ ਕੁੰਮ ਨਹੀਂ ਹੈਗੇ, ਮਿਸਤਰੀ ਚਾਹ ਦਾ ਕੰਮ ਹੈ, ਕਦੀ ਲੱਗ ਜਾਂਦੀ ਕਦੀ ਨਹੀਂ ਲੱਗਦੀ। ਮੈਂ ਕਿਹਾ 150 ਰੁਪਇਆ ਹੈਗਾ ਮੇਰੇ ਕੋਲ। ਉਹਨੇ ਕਿਹਾ ਅੱਬੂ ਜੀ 150 ਹੀ ਦੇ ਦਿਓ। ਉਹ ਇੱਥੋਂ ਲੈ ਕੇ ਆਦੇ ਭਾਈ ਨੂੰ ਨਾਲ ਸਾਥ ਲੈ ਕੇ ਰਕਸ਼ੇ 'ਤੇ ਜਾ ਕੇ ਬਾਹਰੋਂ ਬਹਿੰਦੇ ਨੇ। ਅੱਗੋਂ ਉਹ ਚੰਨੂ ਸ਼ਾਹ ਦਰਬਾਰ ਕੋਲੇ ਜਾਂਦੇ ਨੇ ਤੇ ਨਾਲੇ ਦੇ ਕੋਲੇ ਤੇ ਅੱਗੋਂ ਦਾ ਜੇਠ ਮਿਲਦਾ। ਉਹ ਕਹਿੰਦਾ ਰਜ਼ਾਨ ਇੱਧਰ ਪਾਸ ਨੂੰ। ਰਜ਼ਾਨ ਉਹ ਤਾਂ ਕੰਮ ਜੀ ਕਰਦਾ ਸੀ ਬੱਚਾ ਮੇਰਾ। ਤੁਹਾਡੀ ਬੇਟੀ ਸ਼ਾਦੀशुदा ਸੀ? ਹਾਂਜੀ ਸ਼ਾਦੀशुदा ਸੀ। ਤੇ ਉਹਨੂੰ ਫਿਰ ਉਹਦੇ ਜੇਠ ਨੇ ਕਤਲ ਕਿਉਂ ਕੀਤਾ ਸੀ ਤੇ ਸ਼ਾਦੀ ਕਿਸ ਤਰ੍ਹਾਂ ਹੋਈ ਸੀ? ਸ਼ਾਦੀ ਉਹ ਮਸਕ ਬੱਚਾ ਇੱਥੋਂ ਲੈਣ ਆਉਂਦਾ ਸੀ ਤੇ ਉਹ ਕਿਤੇ ਉਹਨੇ ਆਪਣਾ ਮਸਕ ਉਹਨੂੰ ਬੱਚੀ ਨੂੰ ਸੱਬੇ ਪਾ ਵਹਾਇਆ। ਐਸੇ ਵੀ ਮੇਰੀ ਮਕਾਨ ਹੈਗਾ 10 ਮਰਲੇ ਦਾ ਸਪੈਰੀਆ ਟੋਨ ਤੇ ਮੈਂ ਉੱਥੇ ਤੈਨੂੰ ਰੱਖਣਾ ਚਾਹਣਾ। ਜਦੋਂ ਅਸੀਂ ਕਿਹਾ ਵੀ ਠੀਕ ਹੈ ਵੀ ਅਸੀਂ ਉਹ ਨਿਕਾਹ ਉਹਨੂੰ ਮੁੰਡੇ ਨੂੰ ਦੇ ਦਿੱਤਾ। ਮੁੰਡਾ ਇੱਥੋਂ ਲੈ ਗਿਆ ਇੱਥੋਂ ਕੁੜੀ ਨੂੰ। ਪਹਿਲੇ ਮੇਰੇ ਕੋਲ ਰਹਿੰਦੀ ਰਹੀ, ਫਿਰ ਉਹ ਕਿਰਾਏ ਤੇ ਵਿਚਾਰੀ ਚਲੀ ਗਈ। ਯਾਨੀ ਕਿ ਉਹ ਪਸੰਦ ਕਰਨ ਦੇ ਸੀ ਇੱਕ ਦੂਸਰੇ ਨੂੰ ਤੇ ਤੁਹਾਡੀ ਰਜ਼ਾਮੰਦੀ ਦੇ ਨਾਲ ਸ਼ਾਦੀ ਹੋ ਗਈ। ਹਾਂਜੀ। ਤੇ ਮੈਂ ਕਿਹਾ ਚਲੋ ਠੀਕ ਹੈ ਵੀ ਬੱਚੇ ਅੱਜ ਕੱਲ੍ਹ ਨਹੀਂ ਮੰਨਦੇ, ਕਰ ਲਈ ਸ਼ਾਦੀ ਠੀਕ ਹੈ। ਉਹ ਘਰ ਨਹੀਂ ਲੱਗਿਆ, ਉਹਨੂੰ ਸਾਈਡ ਤੇ ਕਿਤੇ ਰੱਖਿਆ ਕਿਰਾਏ ਤੇ। ਅੱਛਾ। ਉਹ ਮਿਲਣ ਲਈ ਆਈ ਬੱਚੀ ਮੈਨੂੰ ਉਸ ਦਿਨ ਤੇ ਉਹ ਆਈ ਘਰ ਤੇ ਘਰ ਰੋਟੀ ਪਾਣੀ ਖਾਧਾ, ਸਾਰਿਆਂ ਨੂੰ ਮਿਲੀ ਭੈਣਾਂ ਭਰਾਵਾਂ ਨੂੰ। ਤੇ ਜਾਣ ਲੱਗੇ ਉਹਨੇ ਮੈਨੂੰ ਕਿਹਾ ਬਈ 200 ਰੁਪਇਆ ਕਿਰਾਇਆ ਦੇ ਦਿਓ ਤੇ ਮੈਂ ਜਾਣਾ। ਤੇ ਮੈਂ ਕਿਹਾ ਪੁੱਤਰ ਕਾਰੋਬਾਰ ਨਹੀਂ ਹੈਗੇ, ਕਦੀ ਲੱਗਦੀ ਕਦੀ ਨਹੀਂ ਲੱਗਦੀ ਤੇ ਨਾ 150 ਰੁਪਇਆ ਹੈਗਾ ਮੇਰੇ ਕੋਲ। ਤੇ ਕਹਿੰਦੀ ਅੱਬੂ ਜੀ ਇਹੋ ਹੀ ਦੇ ਦਿਓ। ਮੈਂ ਦੇਤਾ। ਅੱਗੋਂ ਬੱਚੇ ਨੂੰ ਨਾਲ ਲੈ ਕੇ 9 ਦਾ ਟਾਈਮ ਉਹ ਚਲੀ ਗਈ ਆਪਦੇ ਘਰ ਨੂੰ। ਅੱਗੋਂ ਚੰਨੂ ਸ਼ਾਹ ਨਾਲੇ ਕੋਲੇ ਉਹਦਾ ਅੱਗੋਂ ਜੇਠ ਮਿਲਦਾ। ਉਹ ਕਹਿੰਦਾ ਜਾਨ ਇਤਰਾ ਜੇਠ ਦਾ ਕੀ ਨਾਂ ਸੀ? ਜ਼ੇਬੀ। ਤੇ ਜਿਹਦੇ ਨਾਲ ਸ਼ਾਦੀ ਹੋਈ ਸੀ, ਜਿਹੜਾ ਤੁਹਾਡਾ ਦਮਾਦ ਸੀ, ਤੁਹਾਡੀ ਬੀਵੀ ਦਾ ਸ਼ੋਹਰ, ਉਹਦਾ ਕੀ ਨਾਮ ਸੀ? ਉਹਦਾ ਨਾਂ ਸਾਮਾ। ਅੱਛਾ। ਉਸਾਮਾ ਨਹੀਂ ਸੀ ਉਹਦੇ ਨਾਲ? ਇਹ ਨਹੀਂ ਪਤਾ, ਉਹਨੇ ਇਕੱਲੇ ਨੇ ਖਿਲਾ ਰਿਹਾ। ਅੱਛਾ। ਤੇ ਉਹਨੇ ਕਿਹਾ ਜੀ ਇੱਥੇ ਖਲੋ, ਇਹ 500 ਰੁਪਇਆ ਫੜ ਤੇ ਇਹ ਤੇਲ ਪਵਾ ਕੇ ਲਿਆ। ਪਤਾ ਨਹੀਂ 500 ਦਾ ਕਿੰਨੇ। ਉਹਨੇ ਲੈ ਗਿਆ, ਤੇਲ ਪਾਉਣ ਗਿਆ, ਤੇਲ ਪਵਾ ਕੇ ਆਇਆ ਵਾਪਸ। ਬੱਚਾ ਉਹਨੂੰ ਆਲੇ ਲਗਾ ਚੱਲ ਮੈਂ ਤੇਰੇ ਪਿੱਛੇ ਪਿੱਛੇ ਨੂੰ ਲੈ ਕੇ ਆਣਾ। ਬੱਚਾ ਸੀ ਉਹ ਚਲਾ ਗਿਆ ਤੇਲ ਪਾਉਣ। ਤੇ ਪਹਿਲੇ ਉਹ ਕਿੱਕ ਮਾਰਦਾ, ਗੱਡੀ ਸਟਾਰਟ ਹੋ ਜਾਂਦੀ। ਕਹਿੰਦਾ ਸਾਜੀ ਤੇਲ ਤਾਂ ਵਾਧੂ ਹੈਗਾ। ਕਹਿੰਦਾ ਚਾਹ 500 ਦਾ ਹੋਰ ਪਾ ਲਿਆ ਤੂੰ, ਤੇਰੇ ਪਿੱਛੇ ਪਿੱਛੇ ਅਸੀਂ ਲੱਗੇ ਆਣੇ। ਨਾਲਾ ਸੀ, ਖੌਫਨਾਕ ਰਸਤਾ ਸੀ। ਉੱਥੋਂ ਉਹ ਬੱਚਾ ਚਲਾ ਗਿਆ ਤੇਲ ਪਾਉਣ। 10-20 ਮਿੰਟਾਂ ਬਾਅਦ ਵਾਪਸ ਆਉਂਦਾ ਤੇ ਉੱਤੇ ਨਾ ਕੋਈ ਵੀ ਨਹੀਂ ਹੁੰਦਾ। ਉਹ ਡਰ ਜਾਂਦਾ। ਕਹਿੰਦਾ ਇੱਧਰ ਨੂੰ ਜਾਂਦਾ ਥੋੜ੍ਹਾ ਜਿਹਾ, ਕੋਈ ਕੁੱਤੇ ਛੁੱਤੇ ਪੈਂਦੇ ਨੇ, ਡਰ ਕੇ ਵਾਪਸ ਆ ਜਾਂਦਾ। ਕਹਿੰਦਾ ਘਰ ਆਉਂਦਾ, ਕਹਿੰਦਾ ਆਦੀਆਂ ਭੈਣਾਂ ਨੂੰ ਕਹਿੰਦਾ ਵੀ ਬਾਜੀ ਸਹਿਰ ਕੋ ਉਸਕਾ ਜੇਠ ਲੈ ਗਿਆ ਤੇ ਉਹ ਪਤਾ ਨਹੀਂ ਕਿੱਧਰ ਲੈ ਗਿਆ, ਫੋਨ ਕਰੋ ਉਸਕੋ। ਅਸੀਂ ਫੋਨ ਕੀਤਾ, ਫੋਨ ਨਹੀਂ ਮਿਲਿਆ ਸਾਡਾ। ਅਸੀਂ ਬੜਾ ਉਹਦਾ ਵੀ ਮੇਲ ਤੇ ਰਿਹਾ, ਉਸ ਬੰਦੇ ਦਾ ਵੀ ਜਿਹਦੇ ਕੋਈ ਕੰਮ ਕਰਦਾ ਸੀ ਉਹਦਾ ਵੀ ਨਹੀਂ ਮਿਲ ਰਿਹਾ। ਅਸੀਂ ਪਰੇਸ਼ਾਨ ਹੋ ਗਿਆ ਸੀਗਾ ਵੀ ਯਕਦਮ ਉਹਨੇ ਅੱਗੇ ਧਮਕੀਆਂ ਲਾਈਆਂ ਨੇ ਸਾਨੂੰ। ਉਹ ਨਾ ਕੰਮ ਕਰਦਾ ਹਾਂ। ਅਸੀਂ ਥਾਣੇ ਚਲੇ ਜਾਂਦੇ, ਥਾਣੇ 'ਚ ਆਉਂਦੇ ਹਾਂ। ਧਮਕੀਆਂ ਕਿੰਨੇ ਲਗਾਈਆਂ ਸੀ ਪਹਿਲੇ? ਉਹਦੇ ਪਿਓ ਨੇ ਉਹਦੇ ਸਾਲੇ ਨੇ ਸਾਰੇ ਆਏ ਸੀ ਇੱਥੇ। ਉਹ ਕਿਉਂ ਧਮਕੀਆਂ ਲਗਾਈਆਂ ਸੀ? ਉਹ ਧਮਕੀਆਂ ਇਸ ਕੋਲੋਂ ਲਾਉਂਦੇ ਸੀ ਕਿ ਤੂੰ ਨਾ ਇਹ ਕੁੜੀ ਨੂੰ ਮਨਾ ਕਿ ਕੁੜੀ ਨਾਲ ਤਲਾਕ ਲੈ ਲਵੇ, ਸਾਡੇ ਤੋਂ ਪੈਸੇ ਲੈ ਲਵੇ। ਤੇ ਮੈਂ ਕਿਹਾ ਮੈਂ ਭਾਈ ਬੜਾ ਉਹਨੂੰ ਆਣਾ। ਉਹਦਾ ਵਿਚਾਰੀ ਪਤਾ ਨਹੀਂ ਕਿੱਥੇ ਰਹਿੰਦੀ ਪਈ, ਮੇਰੇ ਕੋਲ ਰਹਿੰਦੀ ਵੀ ਨਹੀਂ ਦੀ। ਅੱਛਾ। ਉਹ ਆਪਣੇ ਸ਼ੋਹਰ ਦੇ ਕੋਲ ਨਹੀਂ ਸੀ ਰਹਿੰਦੀ ਵੀ? ਮਿਲਦਾ ਮੁਲਦਾ ਸੀ ਬਾਹਰ ਕਿਤੇ, ਮਕਾਨ ਕਿਰਾਏ ਤੇ ਲਿਆ ਸੀ ਨਾ ਉੱਥੇ ਮਿਲਦੇ ਮਿਲਾਉਂਦੇ ਸੀ। ਮੈਨੂੰ ਤਾਂ ਮਿਲਣ ਲਈ ਆਈ ਸੀ ਤੇ ਹਾਦਸਾ ਹੋ ਗਿਆ ਨਾਲੇ ਤੇ। ਉਹਨੂੰ ਲਿਜਾ ਕੇ ਨਾਲੇ ਤੇ ਗਾਇਬ ਕਰਕੇ ਤੇ ਪਤਾ ਨਹੀਂ 3 ਜਣੇ ਉਹਦੇ ਨਾਲ ਕੀ ਜ਼ੁਲਮ ਕਰਦੇ ਰਹਿਣੇ। ਚਾਕੂ ਮਾਰਿਆ ਇੱਥੇ ਤੇ ਤਸ਼ੀਨੀਆਂ ਨਾਲ ਮਾਰਿਆ, ਐਸਾ ਮਾਰਿਆ ਕਿ ਸਾਡੀ ਬੱਚੀ ਪਛਾਣੀ ਵੀ ਨਹੀਂ ਸੀ ਜਾਂਦੀ, ਸਾਡੀ ਬੱਚੀ ਹੈਗੀ। ਉਹ ਤਾਂ ਲਾਸ਼ ਨਾਲ ਪੱਥਰ ਬੰਨ੍ਹ ਦਿੱਤਾ ਕਿ ਲਾਸ਼ ਉੱਪਰ ਨਾ ਆਵੇ ਨੀਚੇ। ਉਹਦਾ ਅੱਲਾ ਵੱਲੋਂ ਹੀ ਕਿਤੇ ਸਿਰ ਬੱਚੀ ਦਾ ਬਾਹਰ ਰਹਿ ਗਿਆ। ਬੱਚੇ ਨੰਗ ਦੇ ਰੋੜੇ ਮਾਰ ਰਹੇ ਤੇ ਕਿਸੇ ਸਿਆਣੇ ਨੇ ਵੇਖਿਆ, ਉਹਨੇ ਕਿਹਾ ਯਾਰ ਇਹ ਤਾਂ ਲੱਗਦਾ ਜਿਵੇਂ ਲਾਸ਼ ਹੈ। ਕਿਸੇ ਨੇ 1 ਪੈਪ ਤੇ ਕਾਲ ਕੀਤੀ
ਤੇ ਅਸੀਂ ਉਹ ਭੱਜ ਰਹੇ ਸਾਂ ਵੀ ਇਸ ਗੱਲੋਂ ਕਿ ਸਾਨੂੰ ਕਿਤੇ ਆਸਰਾ ਲੱਭ ਜਾਵੇ, ਸ਼ਾਇਦ ਸਾਡੀ ਬੱਚੀ ਬਚ ਜਾਵੇ। ਤੇ ਤੁਹਾਡੀ ਬੱਚੀ ਸਹਿਰ ਜਿਹੜੀ ਸੀ ਉਹਦੇ ਬੱਚੇ ਵੀ ਹੈ ਸੀ? ਨਹੀਂ, ਉਹਦੇ ਬੱਚੇ ਨਹੀਂ ਸੀ ਹੈਗੇ। ਬੱਚਾ ਪਹਿਲਾਂ 4 ਮਾਹ ਦਾ ਉਹਨਾਂ ਨੇ ਸਾਡੇ ਨੂੰ ਧਮਕੀਆਂ ਲਾ ਕੇ, ਨਰਸ ਬੁਲਾ ਕੇ ਉਹਨੂੰ ਦਵਾਈ ਖਵਾਤੀ ਗਈ ਤੇ ਬਾਅਦ ਚੋਂ ਫਿਰ ਉਹਨੇ ਕਿਹਾ ਵੀ ਇਹ ਕੰਮ ਤੂੰ ਇਸ ਤਰ੍ਹਾਂ ਕਰ। ਉਹਨੇ ਕਿ ਕਿਹਾ ਬੱਚਾ ਜ਼ਾਇਆ ਕਰਦੇ? ਹਾਂ, ਉਹਨੇ ਕਿਹਾ ਮੈਂ ਨਹੀਂ ਕਰਾਉਣਾ ਇਹ ਕੰਮ, ਹੁਣ ਮੈਂ ਅੱਗੇ ਮੈਂ ਕਰਾ ਲਿਆ, ਹੁਣ ਮੈਂ ਕੰਮ ਨਹੀਂ ਕਰਾਉਣਾ। ਉਹਨਾਂ ਵੀ ਆਪ ਦਾ ਕੰਮ ਦਿਖਾਇਆ, ਉਹਨੇ ਕਿਹਾ ਇਸ ਤਰ੍ਹਾਂ ਨਹੀਂ ਤੇ ਫਿਰ ਇਸ ਤਰ੍ਹਾਂ ਇਹਨਾਂ ਨੂੰ ਘੇਰਨੇ ਆ। ਤੇ ਹੁਣ ਜਿਹੜੇ ਮੁਲਜ਼ਮ ਨੇ, ਜਿਹੜੇ ਕਾਤਲ ਨੇ, ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ? ਨਹੀਂ ਕੀਤਾ ਸਹੀ, ਕੋਈ ਚੱਕਰ ਨਹੀਂ ਕੀਤਾ, ਭੱਜੇ ਫੇਰ ਲੈਣਾ ਨੇ, ਇਹ ਫਾੜਨੇ ਕੱਲ ਫਾੜਨੇ। ਤੇ ਪੁਲਿਸ ਕੀ ਤੁਹਾਨੂੰ ਕਹਿੰਦੀ ਹੈ ਕਿ ਅਸੀਂ ਕਾਤਲਾਂ ਨੂੰ ਫੜ ਲਵਾਂਗੇ? ਉਹਨਾਂ ਨੇ ਟੈਰਰ ਜ਼ਬਾਨਤਾਂ ਕਰਾਈਆਂ ਨੇ ਉੱਥੋਂ ਸੀਜ਼ਨੋਂ, ਪਤਾ ਨਹੀਂ 12 ਤਰੀਕ ਦਿੱਤੀ ਕਿੰਨੇ, ਤੇ ਫਿਰ ਉਹਨਾਂ ਨੇ ਮਸਾ ਕਿ ਪਤਾ ਨਹੀਂ ਕੀ ਕਾਰਵਾਈ ਕਰਦੇ ਨੇ ਹੁਣ। ਹੁਣ ਤੁਸੀਂ ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ ਹੈ? ਅਸੀਂ ਤਾਂ ਮਰੀਮ ਨਵਾਜ਼ ਕੇ ਇਹੀ ਕਹਿ ਰਹੇ ਕਿ ਅਸੀਂ ਮਾੜੇ ਬੰਦਿਆਂ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਅਸੀਂ ਉਹਨਾਂ ਕੋਲ ਪੈਸੇ ਨਹੀਂ ਮੰਗਦੇ, ਧੇਲਾ ਨਹੀਂ ਮੰਗਦੇ, ਸਾਨੂੰ ਇਨਸਾਫ ਹੀ ਮਿਲਣਾ ਚਾਹੀਦਾ। ਉਹਨੇ ਜ਼ੁਲਮ ਨੇ ਉਹਨੇ ਹੱਦ ਪਾਰ ਕੀਤੀ, ਉਹਨੇ ਕਿਹਾ ਤੇਰਾ ਕੋਈ ਨਹੀਂ, ਮੈਂ ਜ਼ੁਲਮ ਕਰਾਂ ਦਾ, ਮੈਂ ਪੈਸਾ ਲਾ ਸਕਣਾ। ਮੈਂ ਕਿਹਾ ਯਾਰ ਮੈਂ ਪੈਸੇ ਨਹੀਂ ਲਾ ਸਕਦਾ। ਤੇ ਮੈਂ ਜਿਹੜਾ ਤੁਹਾਡਾ ਦਮਾਦ ਸੀ ਉਸਾਮਾ, ਇਹ ਕੀ ਕੰਮ ਕਰਦਾ ਸੀ? ਇਕੱਠੇ ਇੱਕੋ ਜਗ੍ਹਾ ਦੇ ਕੰਮ ਕਰਦੇ ਨੇ, ਪਿੱਤਲ ਤਾਂਬੇ ਦਾ। ਕਿਸ ਜਗ੍ਹਾ ਤੇ ਕੰਮ ਕਰਦੇ ਸੀ? ਮਿਸ਼ਰੀ ਸ਼ਾਹ ਦੁਕਾਨ ਹੈ। ਅੱਛਾ, ਕੋਈ ਯਾਨੀ ਕਿ ਅਮੀਰ ਲੋਕ ਨੇ? ਹਾਂਜੀ, ਉੱਥੇ ਕੰਮ ਕਰਦੇ ਨੇ, ਪਿੱਤਲ ਤਾਂਬੇ ਦੀ ਦੁਕਾਨ ਹੈ, ਲੋਕਾਂ ਗੋਦਾਮਾਂ ਦਾ ਮਾਲ ਲੈਂਦੇ ਨੇ। नाज़रीन, आपने मकतूला के वालिद की गुफ्तगू सुनी कि वो लड़की जो अपने बाप से चंद 100 रुपये लेकर घर से जाती है, गरीब बाप था जिसने कहा कि मेरे पास ये 100-150 रुपये है। तो सोचें कि जब उस खातून ने कहा होगा अपने बाप से कि मुझे ये दे दें, या उसके पास पैसों की कमी थी या पैसे नहीं थे, तो उसने सिर्फ उतने ही पैसे लेकर यहाँ से रवाना हुई और फिर रास्ते में इन ज़ालिमों ने उसको रोक कर किसी नामालूम जगह पर ले जाकर उसको गला काट के उसकी लाश को जो है वो नाले में फेंक दिया, ताकि ये किसी को नज़र ही नहीं आएगी और हमारा जो रास्ता है वो साफ़ हो जाएगा। इस गरीब और बेबस बाप का सिर्फ यही मुतालबा है कि मुझे मेरी बेटी के कातलों को जल्द से जल्द गिरफ़्तार करना चाहिए और मुझे इंसाफ मिलना चाहिए। इसी के साथ इजाज़त चाहूँगा। अल्लाह ने के बाद।